अस्सलाम वालेकुम वालेकुम सलाम। भाईजान की नाम है जरा ਤੁਹਾਡਾ? हबीब रहमान ਹਬੀਬੁਰ ਰਹਿਮਾਨ ਸਾਹਿਬ ਕਿਹੜਾ ਪਿੰਡ ਹੈ? सलान के। ਤੇ ਕਿੰਨੀ ਦੇਰ ਤੋਂ ਡੰਗਰ ਤੁਸੀਂ ਰੱਖੇ ਨੇ? ਡੰਗਰ ਹੀ ਰੱਖੇ ਨੇ ਜਾਂ ਹੋਰ ਵੀ ਕੰਮ ਕਰਦੇ ਹੋ? डंगर भी रखे ने ते पढ़ना भी है सैकंड ईयर च। ਮਾਸ਼ਾਅੱਲਾ ਪੜ੍ਹਦੇ ਵੀ ਹੋ। ਕਿੰਨੀ ਦੇਰ ਤੋਂ ਕੰਮ ਚਲਾ ਰਹੇ ਹੋ ਪੜ੍ਹਾਈ ਦੇ ਨਾਲ ਨਾਲ ਡੰਗਰਾਂ ਦਾ? तकरीबन 5-7 साल हो गए। ਪੜ੍ਹਾਈ ਦੇ ਵਿੱਚ ਕੋਈ ਹਰਜ ਤੇ ਨਹੀਂ ਆਂਦਾ नहीं। ਤੇ ਡੰਗਰਾਂ ਦਾ ਵੀ ਕੰਮ ਨਾਲ ਚੱਲਦਾ ਪਿਆ? हाँ जी। ਬੜੀ ਗੱਲ ਹੈ ਜੀ ਮਾਸ਼ਾਅੱਲਾ। ਕਿੰਨੇ ਡੰਗਰ ਨੇ ਤੁਹਾਨੂੰ ਦੱਸੇ ਨੇ? 55 क्या ने। 55 50 55 ਤੁਹਾਡੇ ਡੰਗਰ ਹੈ ਨੇ, ਕੱਟੀਆਂ ਕੱਟੇ ਸਾਰੇ ਪਾ ਕੇ? हाँ जी। ਕਿੰਨੇ ਬੰਦੇ ਸੰਭਾਲ ਰਹੇ ਹੋ? 2। ਦੋ ਬੰਦੇ ਸਾਰਾ ਕੁਝ ਅਰੇਂਜ ਕਰ ਲੈਂਦੇ ਨੇ? हाँ जी। ਠੀਕ ਹੋ ਗਿਆ। ਹੁਣ ਇਹ ਦੱਸਿਓ ਕਿ ਇਹਨਾਂ ਵਿੱਚ ਲਹਿਰੀਆਂ ਕਿੰਨੀਆਂ ਨੇ, ਖਾਂਗੜੀਆਂ ਕਿੰਨੀਆਂ ਨੇ ਔਰ ਕਿੰਨੇ ਜਿਹੜੇ ਮੱਝਾਂ ਤੁਹਾਡੀਆਂ ਸੂਣ ਵਾਲੀਆਂ ਨੇ, ਦੁੱਧ ਦੇਣ ਵਾਲੀਆਂ ਕਿੰਨੀਆਂ ਮੱਝਾਂ ਨੇ? दो दिन लिया कुछ 12 क, ਅੱਛਾ बाकी सुने लिया ने कुछ सुनार ने। ਠੀਕ ਹੋ ਗਿਆ। ਕਿੰਨਾ ਕੁ ਦੁੱਧ ਤੁਹਾਡਾ ਡੇਲੀ ਦਾ ਹੋ ਜਾਂਦਾ ਹੈ? तकरीबन 2 मन। 2 ਮਣ ਹੋ ਜਾਂਦਾ ਮਾਸ਼ਾਅੱਲਾ। 2 ਮਣ ਤੋਂ ਕਿੰਨੀ ਕਰਨੀ ਹੋ ਜਾਂਦੀ ਹੈ ਤੁਹਾਨੂੰ? 8,000 तकरीबन 9,000 हो जाती। 8-9 ਹਜ਼ਾਰ ਐਵਰੇਜ ਤੁਸੀਂ ਇਹ ਦੱਸ ਦਿਓ ਪਏ, ਕਦੀ ਵੱਧ ਤੇ ਕਦੀ ਘੱਟ। ਠੀਕ ਹੈ। ਇਹ ਜਿਹੜਾ ਤੁਸੀਂ ਦੁੱਧ ਇੱਥੇ ਹੀ ਵੇਚਦੇ ਹੋ ਜਾਂ ਦੁੱਧ ਹੀ ਆ ਕੇ ਲੈ ਕੇ ਜਾਂਦਾ ਜਾਂ ਪਿੰਡ ਜਾਂ ਸ਼ਹਿਰ 'ਚ? कुछ दुध ही लैके जांदा, कुछ लोकां दा घरां च लग्गा है। ਘੱਟ ਤੋਂ ਘੱਟ ਔਰ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਰੇਟ ਹੈ? दुध दा ਹਾਂਜੀ तकरीबन 120 है, पर असीं 100 रुपए दिन्ने। ਠੀਕ ਹੋ ਗਿਆ। ਮੱਝਾਂ ਕਿਹੜੀ ਨਸਲ ਦੀਆਂ ਰੱਖੀਆਂ ਜੇ? देसी ने सारी। ਦੇਸੀ ਕਿਉਂ ਰੱਖੀਆਂ ਨੇ? ਲੋਕੀ ਨੀਲੀ ਰਾਵੀ ਰੱਖਦੇ ਨੇ, ਉਥੋਂ ਵਿਹਾੜੀ ਤੋਂ ਬੋਰੇ ਵਾਲੇ ਤੋਂ ਲਿਆ ਕੇ ਰੱਖਦੇ ਨੇ, ਤੁਸੀਂ ਕਿਉਂ ਰੱਖੀਆਂ? घाट दियां ने। ਅੱਛਾ ਘਰ ਤੋਂ ਹੀ ਮਾਸ਼ਾਅੱਲਾ ਸਾਰੀਆਂ ਬਣਾਈਆਂ ਨੇ। हाँ जी। ਠੀਕ ਹੈ। ਤੇ ਵਾਲ ਸਾਹਿਬ ਵੀ ਤੁਹਾਡੇ ਆਹੀ ਕੰਮ ਕਰਦੇ ਨੇ? हाँ जी। ਉਹਨਾਂ ਦੀ ਜ਼ੇਰੇ ਨਿਗਰਾਨੀ ਕੰਮ ਕਰ ਰਹੇ ਹੋ? हाँ जी। ਠੀਕ ਹੋ ਗਿਆ। ਦੇਸੀ ਮੱਝਾਂ ਤੁਹਾਨੂੰ ਦੱਸੀਆਂ ਨੇ ਸਾਰੀਆਂ। ਇਹਨਾਂ ਦੇ ਵਿੱਚ ਕੋਈ ਮਸਲਾ ਕੋਈ ਪ੍ਰੋਬਲਮ ਵੀ ਹੈ ਤੁਹਾਨੂੰ? ਕੋਈ ਡੰਗਰ ਬਿਮਾਰ ਹੋਈਏ ਜਾਂ ਕੋਈ ਵਾਧਾ ਘਾਟਾ ਹੋਈਏ ਫਿਰ ਕੀ ਕਰਦੇ ਹੋ? ਵਾਡਾ ਘਟ ਹੋਈ ਜੇ ਤੇ ਫਿਰ ਡਾਕਟਰ ਨੂੰ ਦੱਸੀਦਾ। ਆਪ ਹੀ ਦੇਸੀ ਇਲਾਜ ਨਹੀਂ ਕਰਦੇ? ਡਾਕਟਰ ਆ ਕੇ ਦੱਸਦਾ, ਜੋ ਦਵਾਈ ਸ਼ਵਾਈ ਲਿਖ ਕੇ ਦੇ ਉਹ ਲਿਆ ਕੇ ਦੇਈਦੀ ਹੈ। ਅੱਛਾ। ਉਹਦਾ ਇਲਾਜ ਮੁਕੰਮਲ ਤੌਰ ਤੇ ਕਰਾਈਦਾ। ਡਾਕਟਰ ਕਿਹੜਾ ਤੁਸੀਂ ਬੁਲਾਉਂਦੇ ਹੋ, ਸਰਕਾਰੀ ਜਾਂ ਇੱਥੇ ਕੋਈ ਪ੍ਰਾਈਵੇਟ ਹੈ? ਸਰਕਾਰੀ ਵੀ ਹੈ ਡਾਕਟਰ, ਪ੍ਰਾਈਵੇਟ ਡਾਕਟਰ ਅਰਸ਼ਦ। ਅੱਛਾ। ਤੇ ਡਾਕਟਰ ਦਾ ਕੋਈ ਮਸਲਾ ਤਾਂ ਨਹੀਂ? ਨਹੀਂ ਨਹੀਂ। ਠੀਕ ਹੈ। ਇਹ ਤੁਹਾਡੀ ਨਜ਼ਰ ਵਿੱਚ 5 ਸਾਲ ਤੁਸੀਂ ਕੰਮ ਕਰ ਰਹੇ ਹੋ, ਤੁਹਾਡੇ ਵਾਲਾ ਸਾਹਿਬ ਜ਼ਿਆਦਾ ਦੇਰ ਤੋਂ ਕਰਦੇ ਹੋਣਗੇ। ਹਾਂ ਜੀ। ਤੁਹਾਡੀ ਨਜ਼ਰ 'ਚ ਇਹ ਕੰਮ ਫਾਇਦੇਮੰਦ ਹੈ ਜਾਂ ਨੁਕਸਾਨਦੇਹ ਹੈ? ਫਾਇਦੇਮੰਦ। ਫਾਇਦੇਮੰਦ ਕਿਸ ਤਰ੍ਹਾਂ ਦਾ ਦੱਸੋ? ਫਾਇਦੇਮੰਦ ਜਦੋਂ ਕਰਨਾ ਨਹੀਂ ਬੰਦੇ ਨੇ ਤੇ ਖਾਣਾ ਕਿੱਥੋਂ ਹੈ? ਕੜੇ ਦਾ ਤਾਂ ਖਾਏਦਾ ਨਾ, ਤੇ ਨਾਲੇ ਜਿਹੜਾ ਘਾੜ ਦਾ ਕੰਮ ਹੈ ਉਹ ਆਪਣਾ ਕਿਸੇ ਦਾ ਘਾੜ ਕੇ ਵੀ ਖਾਣਾ ਤਾਂ ਆਪਣਾ ਬੰਦਾ ਕਰੇ, ਉਹ ਨਹੀਂ ਸਹੀ। ਸਹੀ ਹੈ। ਅੱਗੇ ਵੀ ਤੁਹਾਡੇ ਕੋਲ ਸਵਾਲ ਪੁੱਛਿਆ ਹੈ ਕਿ ਬਿਲ ਫਰਜ਼ ਇੱਕ ਬੰਦਾ ਹੈ, ਉਹ ਅਗਰ ਡੰਗਰਾਂ ਦੇ ਜ਼ਰੀਏ ਹੀ ਆਪਣੀ ਰੋਜ਼ਗਾਰ ਕਮਾਉਣਾ ਚਾਹੇ ਤਾਂ ਆਪਣਾ ਘਰ ਸਹੀ ਤਰ੍ਹਾਂ ਚਲਾ ਸਕਦਾ ਹੈ? ਚਲਾ ਸਕਦਾ। ਠੀਕ ਹੈ। ਬਿਲ ਫਰਜ਼ ਤੁਸੀਂ ਅੱਜ ਅਗਰ ਆਪਣੇ ਪੈਰਾਂ ਤੇ ਖਲੋਣਾ ਚਾਹੋ ਤਾਂ ਖਲੋ ਸਕਦੇ ਹੋ। ਹਾਂਜੀ। ਅੱਛਾ। ਤੁਸੀਂ ਤਾਂ ਦੱਸਿਆ ਕਿ ਫਾਇਦੇ ਨੇ। ਹਰ ਕਾਰੋਬਾਰ ਦੇ ਵਿੱਚ ਫਾਇਦਾ ਵੀ ਹੁੰਦਾ, ਨੁਕਸਾਨ ਵੀ ਹੁੰਦਾ ਹੈ। ਹਾਂਜੀ। ਕੋਈ ਨੁਕਸਾਨਾਤ ਵੀ ਦੱਸੋ ਇਹਦੇ। ਇਹਦੇ ਨੁਕਸਾਨਾਤ ਹੈ ਨੇ, ਜੇ ਕੋਈ ਡੰਗਰ ਬਿਮਾਰ ਵੀ ਹੋਈ ਜਾਂ ਮਰ ਵੀ ਜਾਏ ਤਾਂ ਘੱਟ ਆਈ ਹੈ। ਠੀਕ ਹੈ। ਤੇ ਜਿਹੜਾ ਕੋਈ ਇੰਜ ਲੈਣਾ ਪੱਛੜ, ਉਹਨੂੰ ਬੰਨ ਲਵਾਉਣਾ, ਉਹ ਅੱਗੋਂ ਜਿੰਨੇ ਦਾ ਲਿਆ ਉਸ ਤੋਂ ਡਬਲ ਰਕਮ ਦਾ ਵਿਕਦਾ। ਅੱਛਾ। ਉਹਦਾ ਇਹ ਫਾਇਦਾ ਹੈ। ਨੁਕਸਾਨ ਹੈ ਜੀ, ਜੇ ਕੋਈ ਮਰ ਜੇ ਅੱਲਾ ਨਾ ਕਰੇ ਤੇ ਫਿਰ ਉਹਦਾ ਘੱਟ ਆਈ ਹੈ। ਸਹੀ ਹੈ। ਬੜਾ ਇੱਕ ਅਹਿਮ ਸਵਾਲ ਹੈ। ਤੁਸੀਂ ਕਿਹਾ ਕਿ ਸਾਰੇ ਡੰਗਰ ਅਸੀਂ ਘਰੋਂ ਬਣਾਏ ਨੇ। ਹਾਂਜੀ। ਕਿਸ ਤਰ੍ਹਾਂ ਤੁਸੀਂ ਡੰਗਰ ਬਣਾਉਂਦੇ ਹੋ? ਯਾਨੀ ਡੰਗਰਾਂ ਤੋਂ ਡੰਗਰ ਵੱਧਦੇ ਨੇ ਜਾਂ ਉਹਨੂੰ ਖਰੀਦਦੇ ਹੋ ਵੇਚ ਕੇ? ਨਸਲ ਦਾ ਨਸਲ ਚਲੀ ਜਾ ਰਹੇ। ਜਿਹੜੀਆਂ ਉਹਨਾਂ ਦੀਆਂ ਕੱਟੀਆਂ ਹੁੰਦੀਆਂ ਨੇ ਉਸ ਤੋਂ ਹੀ ਸਾਂਭਦੇ ਹੋ? ਹਾਂਜੀ। ਬਹੁਤ ਸਾਰੇ ਲੋਕ ਕੱਟੀਆਂ ਤੇ ਕੱਟੇ ਮਾਰ ਛੱਡਦੇ ਨੇ। ਸਾਡੇ ਕੋਲ ਸਾਰੇ ਸਹੀ ਨੇ, ਜਿਹੜੇ ਵੱਡੇ ਨੇ ਉਹ ਅੱਗੋਂ ਵਿਕ ਜਾਂਦੇ ਨੇ, ਛੋਟੇ ਜਿਹੇ ਜਵਾਨ ਹੁੰਦੇ ਨੇ ਉਹ ਫਿਰ ਕੋਲ ਰਹਿੰਦੇ ਨੇ। ਕੱਟੀਆਂ ਤਾਂ ਤੁਸੀਂ ਘਰ ਪਾਲ ਲੈਂਦੇ ਹੋ, ਕੱਟੇ ਕਿੰਨੇ ਕੁ ਕਰਕੇ ਵੇਚਦੇ ਹੋ? ਕਿੰਨੀ ਉਮਰ ਦੇ? ਤਕਰੀਬਨ 2 ਸਾਲ ਦੇ 2.5 ਦੇ। 2-2.5 ਸਾਲ ਜਾ ਕੇ ਵੇਚਦੇ ਹੋ? ਹਾਂਜੀ। ਇੱਕ ਕੱਟੇ ਦਾ ਕਿੰਨਾ ਕੁ ਮਿਲ ਜਾਂਦਾ ਪੈਸੇ? ਲੱਖ ਵੀ ਮਿਲ ਜਾਂਦਾ, 1 20 ਵੀ ਮਿਲ ਜਾਂਦਾ, ਕਈਆਂ ਦਾ 1.5 ਵੀ ਮਿਲ ਜਾਂਦਾ। ਪਹਿਲੇ ਕਿਉਂ ਨਹੀਂ ਵੇਚਦੇ ਜਿਹੜਾ 6 ਮਹੀਨੇ ਦਾ ਜਾਂ 4 ਮਹੀਨੇ ਦਾ? ਪਹਿਲੇ ਧੁੰਦਾ ਨਹੀਂ ਲੱਗਾ ਹੁੰਦਾ, ਬਹੁਤੀ ਵਾਮ ਈਦ ਤੇ ਲੈਂਦੀ। ਅੱਛਾ। ਈਦ ਵਾਸਤੇ ਕੁਰਬਾਨੀ ਵਾਸਤੇ ਖੜਦੇ ਨੇ ਕੱਟਿਆਂ ਨੂੰ? ਹਾਂਜੀ। ਅੱਛਾ। ਜਿੰਨਾ ਘਾੜ ਵਾਸਤੇ ਲੈਣੇ ਨੇ, ਮੱਝਾਂ ਮੁੱਝਾਂ ਵਾਸਤੇ ਜਿੰਨਾ ਮੱਝਾਂ ਰੱਖੀਆਂ। ਸਹੀ ਹੈ। 50 ਡੰਗਰਾਂ ਵਾਸਤੇ ਤੁਹਾਡੇ ਕੋਲ ਕਿੰਨੀ ਜਗ੍ਹਾ ਹੈ? ਜਗ੍ਹਾ ਤਕਰੀਬਨ 1.5 ਕਨਾਲ ਹੈ। 1.5 ਕਨਾਲ ਜਗ੍ਹਾ ਹੈ। ਹਾਂਜੀ। ਇਹਦੇ ਵਿੱਚ ਤੁਸੀਂ ਛੱਤੀ ਕਿੰਨੀ ਹੈ ਤੇ ਓਪਨ ਕਿੰਨੀ ਰੱਖੀ ਹੈ? ਅੱਧੀ ਤੋਂ ਵੀ ਘੱਟ 36 ਤੇ ਬਾਕੀ ਸਾਰੀ ਓਪਨ ਹੀ। ਓਪਨ ਕਿਉਂ ਜ਼ਿਆਦਾ ਰੱਖੀ ਹੈ ਤੇ ਛੱਤੀ ਕਿਉਂ ਘੱਟ ਹੈ? 36 ਡੰਗਰਾਂ ਦੇ ਵਾਸਤੇ ਫਿਰ ਬੱਦਲ ਘਣੀ ਤੇ ਬੰਦਾ ਅੰਦਰ ਕਰ ਲੈਂਦਾ, ਬਾਕੀ ਸਾਰੀ ਬਾਹਰ ਵਾਰੀ ਤਾਂ ਕਿ ਪੱਠੇ ਦੇ ਖਾਣੇ ਚ ਉਹਨਾਂ ਹਰਜ ਨਾ ਹੋਏ। ਇਸ ਤੋਂ ਇਲਾਵਾ ਵੀ ਕੋਈ ਹਵੇਲੀ ਹੈ ਤੁਹਾਡੀ ਜਾਂ ਸਿਰਫ ਇੱਥੇ ਸਾਰੇ ਡੰਗਰ ਨੇ? ਇਹ ਹਵੇਲੀ ਇੱਕ ਹੋਰ ਵੀ ਹੈ ਸਾਹਮਣੇ। ਅੱਛਾ। ਉਹ ਫਿਰ ਤੁਹਾਡੀ ਗੁਜ਼ਾਰਾ ਹੀ ਜਾਂਦਾ? ਹਾਂਜੀ। ਕੱਚੀ ਜਗ੍ਹਾ ਕਿੰਨੀ ਜੇ ਤੇ ਪੱਕੀ ਕਿੰਨੀ ਜੇ? ਸਾਰੀ ਤਕਰੀਬਨ ਪੱਕੀ। ਪੱਕੀ ਕਿਉਂ ਰੱਖੀ? ਕਿਉਂਕਿ ਡੰਗਰ ਕੱਚੀ 'ਚ ਖੁਸ਼ ਰਹਿੰਦੇ ਨੇ। ਕੱਚੀ ਚ ਗੰਦਗੀ ਬਹੁਤੀ ਹੈ, ਡੰਗਰ ਬਿਮਾਰ ਬਹੁਤੇ ਹੁੰਦੇ ਨੇ। ਪੱਕੀ ਚ ਟੈਨਸ਼ਨ ਕੋਈ ਨਹੀਂ, ਬੱਦਲ ਘਣੀ ਚ ਵੀ ਤੇ ਨਾਲੇ ਸਫਾਈ ਰਹਿੰਦੀ ਹੈ। ਅੱਛਾ। ਇੱਕ ਸਵਾਲ ਤੁਹਾਨੂੰ ਪੁੱਛਣ ਲੱਗਾ ਵਾਂ, ਮੇਰੇ ਸਵਾਲ ਦਾ ਤੁਸੀਂ ਗੁੱਸਾ ਨਹੀਂ ਕਰਨਾ, ਬਸ ਤੁਸੀਂ ਸੋਚ ਕੇ ਦੱਸਣਾ ਹੈ। ਕੁਛ ਤੁਹਾਡੇ ਡੰਗਰ ਮਾੜੇ ਨੇ, ਉਹਦੀ ਵਜ੍ਹਾ ਕੀ ਹੈ? ਮਾੜੇ ਪੱਠੇ ਦੀ ਵਜ੍ਹਾ, ਪੱਠਾ ਫਿਰ ਲਾ ਲੈਂਦੇ।
ਤੂੜੀ ਪੈਂਦੀ ਪਈ ਸੁੱਕਾ ਅੱਛਾ ਤੇ ਗਤਾਵੇ ਦੇ ਡੰਗਰ ਤੁਹਾਨੂੰ ਪਤਾ ਹੈ ਮਾੜੇ ਰਹਿੰਦੇ, ਹੜਾ ਜਦੋਂ ਪੈਣਾ ਫਿਰ ਸਹੀ ਹੋ ਜਾਣਾ। ਫਿਰ ਸਹੀ ਹੋ ਜਾਣਗੇ। ਹਾਂਜੀ ਅੱਛਾ ਇਸ ਟਾਈਮ ਤੁਸੀਂ ਕੀ ਡੰਗਰਾਂ ਨੂੰ ਪਾਇਆ ਵੇ? ਇਧਰ ਵਹਾਇਓ ਤੂੰ ਇਹਦੇ ਵੱਲ। ਇਸ ਟਾਈਮ ਤੂੜੀ ਇਹ ਤੂੜੀ ਹੈ, ਲੇਕਿਨ ਇਹਦੇ ਵਿੱਚ ਕੁਝ ਹੋਰ ਵੀ ਨਜ਼ਰ ਆ ਰਿਹਾ ਸਾਨੂੰ। ਕੁਛ ਪੱਤਰ ਨਹੀਂ ਮੂੰਜੀ ਦੇ, ਕੁਛ ਉਹਦੇ ਵਿੱਚ ਮੂੰਜੀ ਦੇ ਪੱਤਰ ਵੀ ਤੁਸੀਂ ਪਾ ਰਹੇ ਹੋ? ਪੱਤਰ ਆ। ਤੇ ਇਹ ਨੁਕਸਾਨਦੇਹ ਤਾਂ ਨਹੀਂ ਹੁੰਦੇ? ਨਹੀਂ। ਪੱਕੀ ਗੱਲ ਹੈ। ਹਾਂਜੀ ਜਿਹੜੇ ਸਾਡੇ ਭਰਾ ਤੁਹਾਡੀ ਗੱਲ ਸੁਣ ਰਹੇ ਨੇ ਉਹਨਾਂ ਵਾਸਤੇ ਤੁਸੀਂ ਇੱਕ ਮਸ਼ਵਰਾ ਵੀ ਦੇ ਸਕਦੇ ਹੋ। ਹਾਂਜੀ ਤੁਹਾਡੇ ਕੋਲ ਲੋਕ ਸੁਣ ਕੇ ਤੇ ਉਹ ਫਾਇਦਾ ਵੀ ਲੈ ਸਕਦੇ ਨੇ ਕਿ ਅਗਰ ਉਹ ਇਹ ਪਾਣ ਦਾ ਨੁਕਸਾਨ ਨਹੀਂ ਨਹੀਂ। ਇਹਦੇ ਵਿੱਚ ਆਇਆ ਕਿ ਉਸ ਤਰ੍ਹਾਂ ਹੀ ਬਰਾਬਰ ਦੀ ਤਾਕਤ ਹੈ ਜਿਸ ਨਾਲ ਤੂੜੀ ਚ ਹੁੰਦੀ ਹੈ। ਹਾਂਜੀ ਡੰਗਰ ਤੁਸੀਂ ਖੋਲਦੇ ਕਿਉਂ ਨਹੀਂ? ਬਾਹਰ ਆਈ ਕੱਖ ਨਹੀਂ, ਲੋਕਾਂ ਨੇ ਕਣਕਾਂ ਬੀਜੀਆਂ, ਅੱਛਾ ਉਹਦੀ ਵਜ੍ਹਾ ਤੋਂ ਲੜਾਈ ਕਿਸੇ ਨਾਲ ਲੈਣੇ ਦਾ ਕੋਈ ਤੋਕੀ ਕੋਈ ਨਹੀਂ। ਸਹੀ ਹੋ ਗਿਆ। ਤੇ ਜਿਹੜੇ ਦਿਨਾਂ ਵਿੱਚ ਬਾਹਰ ਘਾਹ ਹੁੰਦਾ ਉਹਨੂੰ ਖੋਲਦੇ ਹੋ? ਹਾਂਜੀ ਕਿੰਨੀ ਦੇਰ ਵਾਸਤੇ ਖੋਲਦੇ ਹੋ? 2-3 ਘੰਟੇ ਆਸ ਖੋਲੀ। ਠੀਕ ਹੈ, ਉਹ ਡੰਗਰ ਰੱਜ ਜਾਂਦੇ ਨੇ। ਹਾਂਜੀ ਸਹੀ ਹੈ, ਠੀਕ ਹੈ ਜੀ। ਕੋਈ ਅਹਿਮ ਗੱਲ, ਕੋਈ ਅਹਿਮ ਮਸ਼ਵਰਾ ਜਿਹੜਾ ਤੁਸੀਂ ਸਾਨੂੰ ਦੇਣਾ ਚਾਹੋ ਡੰਗਰਾਂ ਦੇ ਹਵਾਲੇ ਨਾਲ, ਉਹ ਉਹਨਾਂ ਭਰਾਵਾਂ ਵਾਸਤੇ, ਉਹਨਾਂ ਦੋਸਤਾਂ ਵਾਸਤੇ ਔਰ ਬਿਲਖਸੂਸ ਸਟੂਡੈਂਟਾਂ ਵਾਸਤੇ ਕਿ ਅਗਰ ਉਹ ਪੜ੍ਹਾਈ ਦੇ ਨਾਲ ਨਾਲ ਕਾਰੋਬਾਰ ਵੀ ਕਰਨਾ ਚਾਹੁੰਦੇ ਨੇ, ਉਹ ਕਿਸ ਤਰ੍ਹਾਂ ਮੈਨੇਜ ਕਰਨ, ਕੀ ਕਰਨ, ਉਹਨੂੰ ਕੋਈ ਮਸ਼ਵਰਾ ਦੇਣਾ ਚਾਹੋਗੇ ਤਾਂ ਦਵੋ। ਸਟੂਡੈਂਟਾਂ ਵਾਸਤੇ ਹੈ ਇਹ ਪੜ੍ਹਨਾ ਚਾਹਣ ਤੇ ਪਹਿਲੇ ਸਵੇਰ ਉੱਠ ਕੇ ਨਮਾਜ਼ ਪੜ੍ਹਨ, ਨਮਾਜ਼ ਪੜ੍ਹ ਕੇ ਆਪਣਾ ਕਾਰੋਬਾਰ ਕਰਨ। 7-8 ਵਜੇ ਸਕੂਲ ਲੱਗਦਾ ਜੀ। ਉਹਦੇ ਤੋਂ ਪਹਿਲੇ ਬੰਦਾ ਫਾੜਕ ਹੋ ਜਾਂਦਾ। 5 ਵਜੇ ਉੱਠੇ ਘਰ ਕੁੜ ਕੇ ਆਪਣੇ ਨਾਲ ਸਕੂਲ ਨਾਲ ਪੜ੍ਹਨ, ਨਾਲ ਕਾਰੋਬਾਰ ਆਪਣਾ ਕਰਨ, ਕੋਈ ਟੈਨਸ਼ਨ ਨਹੀਂ। ਸਹੀ ਹੈ। ਜੇ ਕਰਨਾ ਚਾਹਣ, ਜੇ ਨਾ ਕਰਨ ਤਾਂ ਫਿਰ ਉਹਨਾਂ ਦੀ ਮਰਜ਼ੀ ਹੈ। ਸਹੀ। ਕਰਨੇ ਹਰ ਕੰਮ ਹੋ ਜਾਂਦਾ, ਜਦੋਂ ਬੰਦਾ ਕਰੇ, ਨਾ ਕਰੇ ਤਾਂ ਫਿਰ ਕੱਖ ਵੀ ਨਹੀਂ ਹੁੰਦਾ। ਆਖਰੀ ਸਵਾਲ ਪੁੱਛਣਾ ਚਾਹਾਂਗਾ ਕਿ ਇਹ ਜਿਹੜਾ ਕਾਰੋਬਾਰ ਹੈ ਇਹ ਆਪ ਹੀ ਕੀਤਿਆਂ ਹੀ ਚੱਲਦਾ ਹੈ ਜਾਂ ਫਿਰ ਨੌਕਰਾਂ ਦੇ ਛੱਡ ਕੇ ਤੇ ਫਿਰ ਚੱਲਦਾ ਹੈ? ਨੌਕਰਾਂ ਤੇ ਛੱਡ ਕੇ ਨਹੀਂ ਚੱਲਦਾ, ਆਪੀ ਬੰਦਾ ਹੋਏ ਘਰ ਦਾ ਕੋਈ ਤੇ ਫੇਰ ਹੀ ਕਾਰੋਬਾਰ ਚੱਲਦਾ। ਸਹੀ ਹੈ। ਜਿੰਨਾ ਦਾ ਘਰ ਦਾ ਬੰਦਾ ਨਾਲ ਨਹੀਂ ਨਾ ਹੋਣਾ, ਕੋਈ ਕਾਰੋਬਾਰ ਨਹੀਂ ਚੱਲਦਾ। ਅੱਛਾ ਭਾਈ ਇਹ ਦੱਸੋ ਕਿ ਇਸ ਟਾਈਮ ਕਿੰਨੇ ਮੁਲਾਜ਼ਮ ਕੰਮ ਕਰ ਰਹੇ ਨੇ? ਇਸ ਟਾਈਮ ਮੁਲਾਜ਼ਮ ਫਿਲਹਾਲ ਕੋਈ ਨਹੀਂ, ਇਸ ਟਾਈਮ ਮੈਂ ਇਕੱਲਾ ਹੀ। ਉਹਦੀ ਮੈਨੇਜ ਕਰ ਰਹੇ ਹੋ? ਹਾਂਜੀ ਠੀਕ ਹੈ। ਤੇ ਜਦੋਂ ਮੁਲਾਜ਼ਮ ਰੱਖਦੇ ਹੋ, ਇੱਕ ਰੱਖਦੇ ਹੋ ਕਿ ਦੋ? ਮੁਲਾਜ਼ਮ ਰੱਖੇ ਦੋ ਹੀ, ਪੜੇ ਦੋ ਹੁਣ ਫਿਰ ਜ਼ਿੱਦ ਪੇ ਕਰਦੇ ਨੇ, ਅੱਛਾ। ਫਿਰ ਇੱਕ ਕੱਢ ਛੜਿਆ, ਇੱਕ ਕੋਲ। ਇੱਕ ਦੀ ਕਿੰਨੀ ਕੁ ਤਨਖਾਹ ਲਾਉਂਦੇ ਹੋ? ਤਕਰੀਬਨ ਉਹਦੀ 15-20 ਹਜ਼ਾਰ ਹੈ। ਤਨਖਾਹ ਨੂੰ ਕੱਢ ਕੇ ਖਰਚੇ ਕੱਢ ਕੇ ਤੁਹਾਨੂੰ 8000 ਦਾ ਦੁੱਧ ਸੇਲ ਹੁੰਦਾ, ਕੁਝ ਬਚਦਾ ਵੀ ਖਰਚਾ ਹੀ ਹੁੰਦਾ ਹੈ? ਬਚਦਾ ਵੀ ਖਰਚਾ ਵੀ ਹੈ, ਦਰਮਿਆਨ ਨਹੀਂ। ਦਰਮਿਆਨ ਨਹੀਂ? ਹਾਂਜੀ ਠੀਕ ਹੈ। ਤੇ ਤੁਸੀਂ 8000 ਦੁੱਧ ਮਤਲਬ ਸੇਲ ਕਰਕੇ ਇਹਨਾਂ ਨੂੰ ਪੱਠੇ ਪਾ ਕੇ, ਮੈਨੂੰ ਨਹੀਂ ਸਮਝ ਆਉਂਦੀ ਕਿ 55 ਮੱਝਾਂ ਦਾ ਤੇ ਖਰਚਾ ਵੀ ਕਿੰਨਾ ਵੱਡਾ ਹੋ ਜਾਂਦਾ ਹੈਗਾ। ਕਿੰਨਾ ਖਰਚਾ ਹੋ ਜਾਂਦਾ ਤੁਹਾਡਾ? ਖਰਚਾ ਵਾਵਾ ਹੀ ਆ ਜਾਂਦਾ, ਕਿੰਨਾ ਕੁ? ਤਕਰੀਬਨ 1.5 ਲੱਖ ਆ ਜਾਂਦਾ। 1.5 ਲੱਖ? ਹਾਂਜੀ। ਤੇ ਉਹ ਚ ਨਿਕਲ ਬੱਚੇ ਜਾਂਦਾ? ਦਾਦੀ ਜਦੋਂ ਮੱਝ ਕੋਈ ਵੰਨ ਚ ਆਏ, ਹਾਂ। ਜਦੋਂ ਵਿਕਣੀ ਹੈ ਮੱਝ ਕੋਈ ਸਨਾਰ ਹੋ ਗਏ, ਉਹ ਫਿਰ ਬੱਚਤ ਹੀ ਹੈ ਸਾਰੀ। ਅੱਛਾ। ਨਾਲ ਨਾਲ ਨਹੀਂ ਮਹਿਸੂਸ ਹੁੰਦਾ ਵੇ ਕਿੰਨਾ ਖਰਚਾ ਹੁੰਦਾ ਵੇ। ਅੱਛਾ। ਜਦੋਂ ਬੱਚਤ ਹੋਣੀ ਹੈ ਫਿਰ ਨਹੀਂ ਕੋਈ ਟੈਨਸ਼ਨ ਹੁੰਦੀ। ਇਸ ਟਾਈਮ ਤੁਹਾਨੂੰ ਕਿੰਨੀ ਬਚਤ ਹੋ ਰਹੀ ਹੈ? ਇਸ ਟਾਈਮ ਤਕਰੀਬਨ 8000 ਉਸ ਟਾਈਮ ਹੁੰਦੀ ਪਈ, 9000 ਉਹ ਤੇ ਦੁੱਧ ਹੈ ਨਾ। ਹਾਂਜੀ। ਤੇ ਖਰਚਾ ਕੱਢ ਕੇ ਕਿੰਨੀ ਬਚਤ ਹੁੰਦੀ? ਖਰਚਾ ਕੱਢ ਕੇ ਤਕਰੀਬਨ ਹੋ ਜਾਂਦੀ 4-5 ਹਜ਼ਾਰ। ਯਾਨੀ ਘਾਟੇ ਦੇ ਦੌਰ 'ਚ ਵੀ ਤੁਹਾਨੂੰ 4-5 ਹਜ਼ਾਰ ਬਚਤ ਹੋ ਜਾਂਦੀ ਹੈ? ਹਾਂਜੀ। ਕੋਈ ਮਸਲਾ ਨਹੀਂ ਹੈ, ਨਹੀਂ। ਕੰਮ ਚੱਲਣ ਡਿਆ ਸੌਖਾ? ਹਾਂਜੀ। ਠੀਕ ਹੈ। ਤੇ ਜਦੋਂ ਮੱਝਾਂ ਸਾਰੀਆਂ ਦੁੱਧ ਦਿੰਦੀਆਂ ਹੁੰਦੀਆਂ ਨੇ ਉਦੋਂ ਕੀ ਹਾਲਮ ਹੁੰਦਾ ਹੈ? ਉਦੋਂ ਸਹੀ ਕੰਮ, ਅੱਲਾ ਦਾ ਸ਼ੁਕਰ ਹੈ। ਉਦੋਂ ਪੰਜੇ ਘਿਓ 'ਚ? ਹਾਂਜੀ। ਉਦੋਂ ਮਜ਼ਾ ਆਉਂਦਾ ਹੈ? ਹਾਂਜੀ। ਠੀਕ ਹੈ। ਤੇ ਅੱਛਾ ਤੁਸੀਂ ਇਹ ਦੱਸੋ ਕਿ ਤੁਸੀਂ ਅੱਗੇ ਭਾਈ ਨੂੰ ਹੀ ਦੱਸਿਆ ਕਿ ਇਸ ਟਾਈਮ ਪੱਠਾ ਨਹੀਂ ਹੈ। ਹਾਂਜੀ। ਮੱਝਾਂ ਦੀ ਇਹ ਸੂਰਤ ਹਾਲ ਮੇਰੇ ਕੋਲ ਤੇ ਵੇਖੀ ਨਹੀਂ ਜਾਣ ਡਈ। ਇਸ ਟਾਈਮ ਧੂੜੀ ਤੁਹਾਨੂੰ ਕਿਸ ਤਰ੍ਹਾਂ ਵੇਖੀ ਜਾਂਦੀ ਹੈ? ਧੂੜੀ ਇਸ ਟਾਈਮ ਫਿਰ ਗੁਜ਼ਾਰਾ ਕਰਨਾ ਹੀ। 4-5 ਹਜ਼ਾਰ ਨਫਾ ਲੈਂਦੇ ਹੋ ਤਾਂ ਮੁੱਲ ਦਾ ਪੱਠਾ ਲਿਆਓ ਯਾਰ। ਨਾਲ ਧੂੜੀ ਲਈਦੀ ਹੈ। ਅੱਛਾ। 1.5 ਲੱਖ ਦੀ ਧੂੜੀ ਲਈਦੀ, ਜਦੋਂ ਖਤਮ ਹੋਈ ਫਿਰ ਲੈ ਲਈਦੀ ਅੱਗੋਂ। ਅੱਛਾ। ਗੱਠਾਂ ਫਿਲਹਾਲ ਚੱਲਦੀਆਂ, ਭੋ ਮਹਿੰਗਾ, ਭੋ ਲੱਭਦਾ ਵੀ ਨਹੀਂ ਕਿਤੋਂ ਪਿਆ। ਠੀਕ ਹੈ। ਕਣਕਾਂ ਇਸ ਟਾਈਮ ਬੀਜੀਆਂ ਨਹੀਂ ਲੋਕਾਂ, ਬੱਦਲ ਬੜਾ ਪੈ ਗਿਆ, ਇੰਜ ਪਈ ਹੈ। ਹਾਂ ਬਾਰਿਸ਼ ਇਸ ਇਲਾਕੇ 'ਚ ਹੋਈ ਹੈ ਵਾਕਈ। ਉਹਦੀ ਵਜ੍ਹਾ ਤੋਂ ਫਿਰ ਭੋ ਵੀ ਮਹਿੰਗਾ। ਠੀਕ ਹੈ। ਬਹੁਤ ਸ਼ੁਕਰੀਆ ਸਰ। ਅਸਲਾਮ।